ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਖੇਤੀ ਸੰਕਟ, ਕਿਸਾਨੀ ਸੰਘਰਸ਼, ਕਿਸਾਨੀ ਲਹਿਰ, ਇਹਦੇ ਨਾਲ ਸੰਬੰਧਿਤ ਕਈ ਖਬਰਾਂ ਨੇ। ਪਹਿਲਾਂ ਇਹੀ ਲੈਣੇ ਆ ਕਿਉਂਕਿ ਜਿਹੜੀ ਕਿਸਾਨੀ ਸੰਘਰਸ਼ ਦੀ ਹੁਣ ਗੱਲ ਹੈ ਉਹ ਦੇਸ਼ ਵਿਆਪੀ ਬਣ ਗਈ ਹੈ। ਕੱਲ ਤਕਰੀਬਨ 260-70 ਜਿਹੜੀਆਂ ਕਿਸਾਨ ਜਥੇਬੰਦੀਆਂ ਹਰ ਸਟੇਟ ਦੇ ਵਿੱਚ ਆਪਣੀਆਂ ਆਪਣੀਆਂ ਗਿਣਤੀ ਜਿੱਡੀ ਕਿ ਸਟੇਟ ਹੈ ਉਹਦੇ ਮੁਤਾਬਕ ਉੱਥੇ ਦੇ ਜਥੇਬੰਦੀਆਂ ਕਿਸਾਨ ਵੰਡੇ ਹੋਏ ਨੇ। ਅਲੱਗ-ਅਲੱਗ ਵਿਚਾਰਧਾਰਾਵਾਂ ਦੀਆਂ ਜਥੇਬੰਦੀਆਂ ਨੇ। ਤੋਂ ਪੰਜਾਬ 'ਚ ਜਿਵੇਂ ਤੁਹਾਨੂੰ ਪਤਾ ਹੈ 31 ਜਥੇਬੰਦੀਆਂ ਇੱਕ ਪਾਸੇ ਨੇ, ਇੱਕ ਦੋ ਜਥੇਬੰਦੀਆਂ ਹੋਰ ਕੰਮ ਕਰ ਰਹੀਆਂ ਨੇ, ਅਲੱਗ-ਅਲੱਗ ਨੇ, ਤਕਰੀਬਨ 40 ਕੁ ਜਥੇਬੰਦੀਆਂ ਐਕਟਿਵ ਨੇ। ਉਸੇ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਨੇ। ਤੋਂ ਸਾਰੇ ਦੇਸ਼ ਦੀਆਂ ਜਥੇਬੰਦੀਆਂ ਕੱਲ ਸ਼੍ਰੀ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦੇ ਵਿੱਚ ਇਕੱਠੀਆਂ ਹੋਈਆਂ, ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਹੋਇਆ ਉਹ ਇਹ ਹੋਇਆ ਕਿ ਇਹ ਜਿਹੜੀ ਹੁਣ ਪੰਜਾਬ ਦੇ ਲੋਕ ਸਟਰਗਲ ਕਰ ਰਹੇ ਨੇ, ਪੰਜਾਬ ਦੇ ਕਿਸਾਨ ਜਿਹੜੇ ਸਟਰਗਲ ਕਰ ਰਹੇ ਨੇ, ਇਹ ਹੁਣ ਦੇਸ਼ ਵਿਆਪੀ ਹੋ ਜੇ ਤਾਂ ਚੰਗੀ ਗੱਲ ਹੈ। ਤੇ ਚੰਗੀ ਗੱਲ ਇਹ ਹੋਈ ਹੈ ਕਿਸਾਨਾਂ ਦੇ ਨਜ਼ਰੀਏ ਤੋਂ ਕਿ ਫੈਸਲਾ ਹੋ ਗਿਆ ਕਿ 5 ਨਵੰਬਰ ਨੂੰ ਸਾਰੇ ਦੇਸ਼ ਦਾ ਚੱਕਾ ਜਾਮ ਹੋਏਗਾ। 5 ਨਵੰਬਰ ਨੂੰ 12 ਤੋਂ 4 ਵਜੇ ਤੱਕ ਸਾਰਾ ਦੇਸ਼ ਜਿਹੜਾ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ। ਅਗਲਾ ਫੈਸਲਾ ਫਿਰ ਕੀ ਹੈ? ਅਗਲੇ ਫੈਸਲੇ 'ਚ ਉਹਨਾਂ ਨੇ ਗੱਲ ਕੀਤੀ ਹੈ ਕਿ 26 ਤੇ 27 ਨਵੰਬਰ ਦਿੱਲੀ ਚੱਲੋ ਪ੍ਰੋਗਰਾਮ ਹੈ ਸਾਡਾ, ਦਿੱਲੀ ਜਾਣਾ ਪਰਿਵਾਰਾਂ ਸਮੇਤ ਤੇ ਪ੍ਰੋਟੈਸਟ ਦਿੱਲੀ ਕਰਨਾ ਹੈ। ਸਾਰੇ ਦੇਸ਼ ਦੇ ਕਿਸਾਨਾਂ ਨੇ, ਇਕੱਲੇ ਪੰਜਾਬ ਦੇ ਕਿਸਾਨ ਨੇ, ਦੇਸ਼ ਦੇ ਕਿਸਾਨਾਂ ਨੇ। ਫਿਰ ਇੱਕ ਹੋਰ ਰੱਖਿਆ, ਜੇ ਫਿਰ ਵੀ ਕੇਂਦਰ ਸਰਕਾਰ ਨਹੀਂ ਸੁਣਦੀ ਤਾਂ ਫਿਰ ਇਹ ਕਿਹਾ ਗਿਆ ਕਿ ਅਸੀਂ ਕਰੋ ਜਾਂ ਮਰੋ ਇਸ ਨੀਤੀ ਤੇ ਆ ਜਾਵਾਂਗੇ। ਕੱਲ ਪੰਜਾਬ ਦੇ ਕਿਸਾਨਾਂ ਦੀ ਕਾਫੀ ਐਪਰੀਸ਼ੀਏਸ਼ਨ ਹੋਈ ਹੈ। ਖਾਸ ਤੌਰ ਤੇ ਜੋਗਿੰਦਰ ਯਾਦਵ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸਾਰੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿਖਾਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਸਾਹਮਣੇ ਹੈ, ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਇਹਨਾਂ 'ਚ ਸਾਰੇ ਦੇਸ਼ ਦੇ ਨੁਮਾਇੰਦੇ ਨੇ। ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ, ਬਿਹਾਰ, ਯੂਪੀ, ਹਰਿਆਣਾ, ਪੰਜਾਬ ਤਾਂ ਹੈ ਹੀ, ਲਗਭਗ ਸਾਰੇ ਦੇਸ਼ ਤੋਂ ਉੱਥੇ ਨੁਮਾਇੰਦਗੀ ਆਈ। ਇਹ ਜੋਗਿੰਦਰ ਯਾਦਵ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਹੁਣ ਕੱਲਾ ਪੰਜਾਬ ਨਹੀਂ, ਕੱਲਾ ਹਰਿਆਣਾ ਨਹੀਂ, ਹਰਿਆਣਾ ਪੰਜਾਬ ਤੋਂ ਇਲਾਵਾ ਹੁਣ ਸਾਰਾ ਦੇਸ਼ ਇਸ ਪਾਸੇ ਨੂੰ ਤੁਰਿਆ। ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਦੂਜੇ ਪਾਸੇ ਜਿਹੜਾ ਫਿਰਕੂ ਪੱਤਾ ਜਿਹੜਾ ਖੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਤੇ ਜ਼ੋਰ ਦਿੱਤਾ ਹੈ ਰਾਜੇਵਾਲ ਨੇ, ਬਲਵੀਰ ਸਿੰਘ ਰਾਜੇਵਾਲ ਨੇ। ਫਿਰ ਇੱਕ ਹੋਰ ਤੁਹਾਨੂੰ ਦੱਸਾਂ, ਮੈਂ ਦੇਖ ਰਿਹਾ ਸੀ ਗੁਰਨਾਮ ਸਿੰਘ ਉੱਥੇ ਬੋਲਿਆ, ਕਹਿੰਦਾ ਇਸ ਤਰ੍ਹਾਂ ਦੀ ਪਹਿਲ ਜਿਹੜੀ ਹੈ ਪਹਿਲੀ ਵਾਰ ਕਾਫੀ ਦਿਨਾਂ ਬਾਅਦ ਦੇਖਣ ਨੂੰ ਮਿਲੀ ਹੈ ਕਿ ਸਾਰਾ ਦੇਸ਼ ਇਕੱਠਾ ਹੈ। ਯੂਪੀ ਜਿਹੜਾ ਸਭ ਤੋਂ ਵੱਡਾ ਸੂਬਾ ਹੈ ਦੇਸ਼ ਦਾ, ਉਹ ਤੋਂ BM ਸਿੰਘ ਜਿਹੜੇ ਹੈ ਉਹ ਸੀ, ਉਹਨਾਂ ਦੀ ਪ੍ਰਧਾਨਗੀ 'ਚ ਅਸਲ ਇਹ ਸਾਰੀ ਹੋਈ ਸੀ। ਤੇ ਹੁਣ ਇੱਕ ਕਮੇਟੀ ਬਣਾਈ ਹੈ, ਫਿਰ ਸਾਰੇ ਦੇਸ਼ ਦੇ ਕਿਸਾਨਾਂ ਨੇ ਰੱਖ ਕੇ 5 ਮੈਂਬਰੀ ਕਮੇਟੀ ਬਣਾਈ ਹੈ, ਜਿਹਦੇ ਵਿੱਚ ਯੂਪੀ ਦੇ BM ਸਿੰਘ, ਪੰਜਾਬ ਤੋਂ ਬਲਵੀਰ ਸਿੰਘ ਰਾਜੇਵਾਲ, ਹਰਿਆਣਾ ਤੋਂ ਗੁਰਨਾਮ ਸਿੰਘ, ਰਾਜੂ ਸੈਂਟੀ, ਜੋਗਿੰਦਰ ਯਾਦਵ। ਇਹ 5 ਮੈਂਬਰੀ ਕਮੇਟੀ ਲਗਾਤਾਰ ਕੋਆਰਡੀਨੇਟ ਕਰੇਗੀ, ਬਣਾਏਗੀ। ਮਤਲਬ ਇਹ ਹੈ ਪੰਜਾਬ ਦੇ ਕਿਸਾਨ ਇਸ ਮੂਵਮੈਂਟ ਨੂੰ ਹੁਣ ਦੇਸ਼ ਦੇ ਵਿੱਚ ਦੇਸ਼ ਵਿਆਪੀ ਬਣਾਉਣ ਦੇ ਵਿੱਚ ਹਾਲ ਦੀ ਘੜੀ ਸਫਲ ਹੋਏ ਲੱਗਦੇ ਨੇ। ਬਾਕੀ 5 ਨਵੰਬਰ ਨੂੰ ਪਤਾ ਲੱਗੂ ਤੇ ਫਿਰ ਉਸ ਤੋਂ ਬਾਅਦ 26-27 ਨੂੰ ਲਾਗੇ ਰਿਹਾ ਦੇਸ਼ ਸਾਰਾ ਇੱਕ ਪਾਸੇ ਹੋ ਕੇ ਕਿਸਾਨੀ ਸੰਕਟ ਔਰ ਕਿਸਾਨਾਂ ਦੀ ਇਸ ਸਟਰਗਲ ਨਾਲ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਖੜੇ ਹੋ ਰਹੇ ਨੇ। ਇਹ ਗੱਲ ਜਿਹੜੀ ਹੈ ਕੇਂਦਰ ਸਰਕਾਰ ਨੂੰ ਸਮਝਣੀ ਚਾਹੀਦੀ ਹੈ। ਸੱਚੀ ਗੱਲ ਤਾਂ ਇਹ ਹੈ ਕੇਂਦਰ ਨੂੰ ਨਹੀਂ ਚਾਹੀਦਾ ਆਪਣਾ ਅੜੀਅਲ ਜਿਹੜਾ ਵਤੀਰਾ ਖਤਮ ਕਰੇ, ਕਿਸਾਨਾਂ ਨਾਲ ਗੱਲ ਕਰੇ ਔਰ ਕਿਸਾਨਾਂ ਨੂੰ ਕਨਵਿੰਸ ਕਰਾ ਲੇ। ਇਹ ਜਿਹੜਾ ਹੈ ਜਿਸ ਤਰੀਕੇ ਨਾਲ ਹੁਣ ਕਿਸਾਨ ਅਹਿੰਸਕ ਹੋ ਕੇ ਇਹ ਹਿੰਸਾ, ਇਹ ਵੈਸੇ ਕਿਸਾਨਾਂ ਨੇ ਚੰਗੀ ਗੱਲ ਕੀਤੀ ਹੈ, ਸਭ ਨੇ ਕਿਹਾ
कि असी जिन्ना चिर हिंसा तो बचांगे साडी मूवमेंट सफल है। बड़िया कोशिशां होणगियां लेकिन हिंसा तो जे बच रहे सचमुच ही इन्हां दी मूवमेंट जिहड़ी है सफल होएगी। वैसे किसानां दी मूवमेंट पंजाब च हरियाणा च भी चल रही है। हुण कल पंजाब दे विच जिथे जिथे किसान बैठे सी डटे हुए ने, भावें उन्हां दा अगराहां ग्रुप ने दो जिहड़े प्राइवेट थर्मल प्लांट ਦੀਆਂ ਲਾਈਨਾਂ ਘੇਰੀਆਂ ਨੇ ਜਾਂ किसान मजदूर ਜਿਹੜਾ मोर्चा है ਉਹ ਜੰਡਿਆਲਾ बैठा है रेलवे स्टेशन ਤੇ। और ये गल सारी ठीक है, लगे उन्हें टोल प्लाजा ते बैठे ने और इन्हां नूं घेरन दी कोशिश कर रहे ने। लेकिन जिस तरीके नाल हुण हरियाणा भी चलिया ना, वो थोड़ा जिहा सरकार नूं सोचण दी लोड़ है। उत्थे हुण हरियाणा च की होया, ਅੱਜ हरियाणा ने कहा कि जिवें पंजाब च टोल प्लाजे घेरे जा रहे ने, ਅੱਜ ਅਸੀਂ ਇੱਕ टोल प्लाजा घेरांगे, हौली हौली सारे घेरांगे। जिवें पंजाब वाले घेर रहे ने मंत्रियों नूं, कल सिरसा दे विच उत्थों दी MP सुनीता दुग्गल पहुंची। जदों किसानां नूं पता लग्या जिहड़ा पक्का मोर्चा लाई बैठे ने सिरसा शहीद भगत सिंह स्टेडियम च, ਉਹ ਇਕੱਠे हो के पै गए ਉਹਨੂੰ ਆਪਦਾ ਰਾਹ ਬਦਲਣਾ ਪਿਆ। मतलब यह है कि किसानां दी ਜਿਹੜੇ ਦਾ ਪੰਜਾਬ ਦਾ ਅੰਦੋਲਨ है ਉਸੇ किस्म ਦੀ ਉਸੇ ਤਰਜ਼ ਤੇ ਹੁਣ ਹਰਿਆਣਾ वाले भी जा रहे ने। ਇਹ ਸਮਝ ਲੈਣਾ ਚਾਹੀਦਾ ਕੇਂਦਰ ਸਰਕਾਰ ਸਥਿਤੀ ਨੂੰ ਸਮਝੇ, ਗੰਭੀਰਤਾ ਨਾਲ ਦੇਖੇ ਤੇ ਕੁਛ ਨਾ ਕੁਛ ਹੱਲ ਹੋਣਾ ਚਾਹੀਦਾ। ਪੰਜਾਬ ਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਰੇਲ ਬੰਦ ਹੋਣ ਕਰਕੇ ਇੰਡਸਟਰੀ ਜਿਹੜੀ ਹੈ ਪੰਜਾਬ ਦੀ ਉਹ ਬਹੁਤ ਜ਼ਿਆਦਾ ਪਹਿਲਾਂ ਹੀ ਬਹੁਤ ਲਾਕਡਾਊਨ ਨੇ ਕਰਤੀ ਸੀ, ਇਹਦੇ ਕਰਕੇ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਵਿੱਚ ਖਾਦਾਂ ਦੀ ਕਮੀ ਆ ਸਕਦੀ ਹੈ, ਪੰਜਾਬ ਦੇ ਵਿੱਚ ਜ਼ਰੂਰੀ ਵਸਤੂ ਕਮੀ ਆ ਸਕਦੀ ਹੈ। ਇਹ ਜਿਹੜੀਆਂ ਗੱਡੀਆਂ ਬੰਦ ਕੀਤੀਆਂ ਨੇ ਸਰਕਾਰ ਜੀ, ਇਹਦੇ ਵੱਲ ਧਿਆਨ ਦਿਓ। ਇਹ ਜਿਹੜੀ ਸਰਕਾਰਾਂ ਇਸ ਤਰ੍ਹਾਂ ਅੜੀਅਲ ਜਿਹੜਾ ਹੈ ਉਹ ਵਤੀਰਾ ਨਹੀਂ ਜਿਹੜਾ ਕਰਦੀਆਂ ਹੁੰਦੀਆਂ, ਇਹ ਪੁਤਲੇ ਪਤਲੇ ਚੱਲਦੇ ਰਹਿੰਦੇ ਨੇ, ਇਹ ਪ੍ਰੋਟੈਸਟ ਦਾ ਢੰਗ ਹੁੰਦੇ ਨੇ, ਲੇਕਿਨ ਇਸ ਨੂੰ ਦਿਲ ਨੂੰ ਨਹੀਂ ਲਾਉਣਾ ਚਾਹੀਦਾ। ਇੱਕ ਗੱਲ ਜਿਹੜੀ ਮੈਂ ਸਮਝਦਾ, ਵੈਸੇ ਇਹ ਜਿਹੜੀ ਮਿਹਨੇਬਾਜ਼ੀ ਸ਼ੁਰੂ ਹੋਈ ਹੈ ਨਾ ਆਪਸ 'ਚ ਕਿਸਾਨ ਜਥੇਬੰਦੀਆਂ ਦੀ, ਇਹਨੂੰ ਸਰਕਾਰਾਂ ਵੀ ਚਾਹੁੰਦੀਆਂ ਹੁੰਦੀਆਂ ਨੇ ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ। ਹੁਣ ਅਗਰਾਹਾਂ ਗਰੁੱਪ ਔਰ ਡਕੌਂਦਾ ਇਹ ਆਮੋ ਸਾਹਮਣੇ ਨੇ। ਮੈਂ ਤੁਹਾਨੂੰ ਇਹ ਵੀ ਦੱਸਦਾ, ਇਹ ਨਹੀਂ ਕਿ ਸਾਰਾ ਕੁਛ ਇੱਕ ਹੈ। ਡਕੌਂਦੇ ਵਾਲੇ ਇਹ ਕਹਿ ਰਹੇ ਨੇ ਕਿ ਜੇ ਇਹ ਜਿਹੜੀਆਂ ਗੱਡੀਆਂ ਬੰਦ ਹੋਈਆਂ ਨੇ, ਇਹ ਗੱਡੀਆਂ ਅਗਰਾਹਾਂ ਕਰਕੇ ਬੰਦ ਹੋਈਆਂ ਨੇ, ਕਿਉਂਕਿ ਜਿਹੜੇ 31 ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਉਹਦੇ ਮੁਤਾਬਕ ਨਹੀਂ ਇਹ ਚੱਲੇ। ਇਹਨਾਂ ਨੇ ਬਾਨਾਵਾਲੀ ਔਰ ਰਾਜਪੁਰੇ ਇਹਨਾਂ ਨੂੰ ਲਾਈਨਾਂ ਰੋਕਣ ਦੀ ਕੀ ਲੋੜ ਸੀ, ਉਹ ਇਹ ਕਹਿ ਰਹੇ ਨੇ। ਅਗਰਾਹਾਂ ਵਾਲੇ ਕਹਿ ਰਹੇ ਨੇ ਅਸੀਂ ਸਰਕਾਰੀ ਜਿਹੜੇ ਪਲਾਂਟਾਂ ਤੇ ਨਹੀਂ ਬੈਠੇ, ਅਸੀਂ ਬੈਠੇ ਹਾਂ ਜਿਹੜੇ ਪ੍ਰਾਈਵੇਟ ਤੇ, ਇਹ ਸਾਡੀ ਉਹ ਹੈ। ਇਹ ਮੇਰਾ ਖਿਆਲ ਹੈ ਕਿ ਇਸ ਤਰੀਕੇ ਨਾਲ ਸਰਕਾਰ ਵੀ ਚਾਹੂਗੀ, ਲੇਕਿਨ ਸਾਰੀਆਂ ਜਥੇਬੰਦੀਆਂ ਜੇ ਉਹ ਚਾਹੁੰਦੀਆਂ ਨੇ ਕਿ ਸਹੀ ਨਤੀਜੇ ਪਹੁੰਚਣ, ਪੰਜਾਬ ਸਹੀ ਰਹੇ, ਤਾਂ ਚਾਹੀਦਾ ਉਹਨਾਂ ਨੂੰ ਇਹ ਹੈ, ਹਾਲ ਦੀ ਘੜੀ ਇਹੀ ਗੱਲ ਹੈ ਕਿ ਉਹ ਆਪਸ 'ਚ ਨਾ ਉਲਝਣ। ਲੇਕਿਨ ਜਿਹੜੇ ਨਜ਼ਰ ਇਹ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਅੰਦਰੋਂ ਅੰਦਰੀ ਇੱਕ ਦੂਜੇ ਦੇ ਖਿਲਾਫ ਵੀ ਬੋਲਣ ਲੱਗੀਆਂ ਨੇ, ਇਹ ਮੈਂ ਦੇਖਿਆ। ਔਰ ਇੱਕ ਖਬਰ ਤੋਂ ਬਾਅਦ ਆਪਾਂ ਬ੍ਰੇਕ ਲੈਣੀ ਹੈ। ਖਬਰ ਕਿਸਾਨਾਂ ਲਈ ਤੇ ਦੇਸ਼ ਲਈ ਬਹੁਤ ਇੰਪੋਰਟੈਂਟ ਹੈ। ਕੀ ਹੈ ਉਹ ਕਿ ਕੇਰਲ ਸਰਕਾਰ ਨੇ ਸਬਜ਼ੀਆਂ ਤੇ 16 ਸਬਜ਼ੀਆਂ ਤੇ ਜਿਹੜੀ ਹੈ ਉਹ MSP ਅਨਾਉਂਸ ਕਰਤੀ 1 ਨਵੰਬਰ ਤੋਂ। ਹੁਣ ਤੁਹਾਡੇ ਸਾਹਮਣੇ ਅੱਜ 28 ਹੋਈ ਹੈ, 1 ਨਵੰਬਰ ਤੋਂ 20% ਘੱਟੋ ਘੱਟ ਜਿਹੜੀ ਹੈ ਖਰੀਦ ਮੁੱਲ 16 ਸਬਜ਼ੀਆਂ ਤੇ ਕੇਰਲ ਨੇ ਅਨਾਉਂਸ ਕਰਤਾ। ਬਹੁਤ ਸਾਰੇ ਸਟੇਟ ਹੋਰ ਵੀ ਸੋਚ ਸਕਦੇ ਨੇ, ਇਸ ਕਿਸਮ ਦੀ ਗੱਲ ਵੀ ਹੋ ਸਕਦੀ ਹੈ। ਖਬਰਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਣਾ, ਬਸ ਇੱਕ ਛੋਟੇ ਜਿਹੇ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਕੇਰਲ ਸਰਕਾਰ ਪਹਿਲੀ ਸਰਕਾਰ ਬਣੀ ਹੈ ਜਿਹਨੇ ਸਬਜ਼ੀਆਂ ਤੇ MSP ਅਨਾਉਂਸ ਕੀਤੀ ਹੈ। 16 ਕਿਸਮ ਦੀਆਂ ਸਬਜ਼ੀਆਂ ਨੇ ਔਰ ਇਹਨਾਂ ਦੇ ਜਿਹੜਾ ਵਰਗੀਕਰਨ ਕਰਤਾ ਉਹਨਾਂ ਨੇ ਗੁਣਵੱਤਾ ਦੇ ਹਿਸਾਬ ਨਾਲ। ਤੇ ਦੇਖੋ ਕੇਰਲਾ ਦੇ ਵਿੱਚ ਵੈਸੇ ਸਬਜ਼ੀਆਂ ਦਾ ਜੋ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ ਸਬਜ਼ੀਆਂ ਦੁੱਗਣੀਆਂ ਹੋ ਗਈਆਂ, ਉੱਥੋਂ ਦਾ ਉਤਪਾਦਨ ਸਬਜ਼ੀਆਂ ਦਾ। ਉਹ ਕਹਿੰਦੇ ਨੇ 7 ਲੱਖ ਟਨ ਹੁੰਦਾ ਸੀ 4 ਸਾਲ ਪਹਿਲਾਂ, ਹੁਣ 14 ਲੱਖ
72,000 ਟਨ ਜਿਹੜਾ ਹੈ ਉਹ ਸਬਜ਼ੀਆਂ ਦਾ ਉਤਪਾਦਨ ਹੋਇਆ ਹੈ। 20% ਅਸੀਂ ਇਨਕਰੀਜ਼ ਦੇ ਦੇਣੀ ਹੈ, ਜਿਹੜੀ 20% ਦਾ ਪ੍ਰੋਫਿਟ ਉਹ ਕਿਸਾਨ ਨੂੰ ਮਿਲ ਜਾਣਾ ਹੈ ਕੇਰਲ ਦੇ ਵਿੱਚ। ਤੇ ਮੈਂ ਸਮਝਦਾ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਸਰਕਾਰਾਂ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ। ਕੁਝ ਤਾਂ ਕਰ ਸਕਦੀਆਂ ਨੇ ਨਾ ਸਰਕਾਰਾਂ, ਮਤਲਬ ਇਹ ਤਾਂ ਨਹੀਂ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਦੇ ਆਲੂਆਂ ਦੀ ਢੇਰੀ ਤੇ ਬੈਠ ਕੇ ਕਿਸਾਨ ਨੂੰ ਖੁਦਕਸ਼ੀ ਕਰਨੀ ਪਵੇ। ਜਿਹੜੀ ਮੂਲੀ ਜਿਹੜਾ ਦੁਕਾਨਦਾਰ 50 ਪੈਸੇ ਦੀ, ਰੁਪਏ ਦੀ, 2 ਰੁਪਏ ਦੀ ਵੇਚਦਾ ਹੈ, ਉਹ 10 ਪੈਸੇ ਕਈ ਵਾਰੀ ਪੈਂਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਨਾ ਹੁਣ 20% ਬਿਲਕੁਲ ਸਹੀ ਪ੍ਰੋਫਿਟ ਹੈ। ਹੋਰ ਜਿਹੜੇ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ, ਅੱਗੇ ਵਧੀਏ। ਇੱਕ ਖਬਰ ਜਿਹੜੀ ਹੈ ਉਹ ਕਾਫੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਕੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਉਂ ਚੁੱਪ ਨੇ? ਬਾਦਲ ਸਾਹਿਬ ਨੂੰ ਇਹਨਾਂ ਨੇ ਕਾਨੂੰਨੀ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੇ ਹੱਕ 'ਚ ਤਾਂ ਬੁਲਾਤਾ ਸੀ, ਜੋ ਉਹ ਬੋਲੇ ਸੀ। ਸਭ ਤੋਂ ਬਜ਼ੁਰਗ ਨੇ ਦੇਸ਼ ਦੇ, ਸਭ ਤੋਂ ਬਜ਼ੁਰਗ ਸਿਆਸਤਦਾਨ, ਸਭ ਤੋਂ ਵੱਡੀ ਉਮਰ ਦੇ ਐਕਟਿਵ ਸਿਆਸਤਦਾਨ। ਉਹ ਇਹ ਤਾਂ ਅਸੀਂ ਕਹਿੰਦੇ ਸੀ ਇਹਨਾਂ ਨੇ ਬੁਲਾਤਾ ਸੀ, ਵਿਰੋਧੀ ਤਾਂ ਇਹੀ ਕਹਿੰਦੇ ਨੇ ਕਿ ਇਹਨਾਂ ਨੇ ਬੁਲਾਇਆ, ਪਰ ਉਹ ਬੋਲੇ। ਲੇਕਿਨ ਹੁਣ ਉਹ ਚੁੱਪ ਨੇ। ਜਦੋਂ ਰਿਜ਼ਾਈਨ ਹੋ ਗਿਆ, ਹਾਲਾਂਕਿ ਸੁਖਬੀਰ ਸਿੰਘ ਬਾਦਲ ਤਾਂ ਇਹ ਦਾਅਵਾ ਕਰਦੇ ਨੇ ਕਿ ਜਿਹੜਾ ਅਸਤੀਫਾ ਦਿੱਤਾ ਜਾਂ ਗੱਠਜੋੜ ਤੋੜਿਆ ਅਸੀਂ ਪੁੱਛ ਕੇ ਤੋੜਿਆ। ਪੁੱਛ ਕੇ ਤੋੜਿਆ ਹੋਊ ਜਾਂ ਨਹੀਂ ਤੋੜਿਆ ਹੋਊ, ਇਹ ਚਰਚਾ ਬਣੀ ਰਹੂਗੀ। ਲੇਕਿਨ ਇੱਕ ਚਰਚਾ ਦੇ ਵਿੱਚ ਗੱਲ ਹੈ ਕਿ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੁੱਪ ਕਰਕੇ ਬੈਠੇ ਨੇ, ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਦੇ, ਕਿਤੇ ਇਹਨਾਂ ਨੇ ਉਹ ਪੱਤਾ ਤਾਂ ਨਹੀਂ ਰੱਖਿਆ ਹੋਇਆ ਰੰਗ ਦਾ ਕਿ ਜਦੋਂ ਦੁਬਾਰਾ ਫੇਰ ਟੁੱਟੀ ਗੰਢਣ ਦੀ ਲੋੜ ਪਵੇ ਤਾਂ ਬਾਦਲ ਸਾਹਿਬ ਨੂੰ ਅੱਗੇ ਕਰ ਦਈਏ। ਤੇ ਜਿਹੜਾ ਮਾਸਟਰ ਮੋਹਨ ਲਾਲ ਹੈ ਨਾ, ਉਹਦਾ ਬਿਆਨ ਇਸ ਪਾਸੇ ਇਸ਼ਾਰਾ ਕਰਦਾ ਹੈ। ਉਹ ਕੀ ਕਹਿੰਦਾ ਹੈ? ਜਿਹੇ ਜਿਹੇ ਮਰਜ਼ੀ ਹਾਲਾਤ ਬਣ ਗਏ ਨੇ ਪੰਜਾਬ ਦੇ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਸਾਡੇ ਮਨਾਂ 'ਚ ਉਵੇਂ ਹੈ, ਨੰਬਰ 1। ਅਗਲੀ ਗੱਲ ਇਹ ਤੂੰ ਜ਼ਿਆਦਾ ਉਹਦੇ ਤਿੱਖੀ ਕਹੀ ਹੈ, ਜਿਹੜੇ ਇਸ਼ਾਰੇ ਕਰਦੀ ਹੈ। ਉਹ ਕਹਿੰਦੇ ਅੱਜ ਵੀ ਬਾਦਲ ਸਾਹਿਬ ਮੂੰਹੋਂ ਕਹਿ ਦੇਣ ਕੋਈ ਗੱਲ ਤੇ ਮੋਦੀ ਸਾਹਿਬ ਜਵਾਬ ਨਹੀਂ ਦੇਣਗੇ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਇਹਦੇ ਪਿੱਛੇ ਕਿਤੇ ਉਹ ਗੱਲ ਤਾਂ ਨਹੀਂ ਕਿ ਹਾਲੇ ਜਿਹੜੀ ਹੈ ਉਦੋਂ ਤਾਂ ਦਬਾਅ 'ਚ ਆ ਕੇ ਅਸਤੀਫਾ ਦੇਤਾ, ਉਦੋਂ ਤਾਂ ਦਬਾਅ 'ਚ ਆ ਕੇ ਸਾਰੀ ਗੱਲ ਕਰਤੀ, ਲੇਕਿਨ ਅੰਦਰੋਂ ਅੰਦਰੀ ਉਵੇਂ ਕਹਾਣੀ ਚੱਲ ਰਹੀ ਹੈ। ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਮਨਾਂ 'ਚ ਜਿਹੜੇ ਜਵਾਬ ਮੰਗਦੇ ਨੇ ਕਿ ਬਾਦਲ ਸਾਹਿਬ ਬੋਲ ਕਿਉਂ ਨਹੀਂ ਰਹੇ। ਇਹ ਸਵਾਲ ਤੁਹਾਡੇ ਸਾਹਮਣੇ ਵੀ ਹੈ, ਤੁਸੀਂ ਵੀ ਇਹਦੇ 'ਚ ਕਰ ਸਕਦੇ ਹੋ। ਜਿਹੜੀ ਗੱਲ ਹੁਣ ਤੁਸੀਂ ਦੇਖੀ ਸੀ ਫੋਟੋ ਮਦਨ ਮੋਹਨ ਮਿੱਤਲ ਦੀ, ਇਹ ਜਿਹੜਾ ਲਗਾਤਾਰ ਇਹ ਜਿਹੜੇ ਸ਼ਖਸ ਤੁਹਾਡੇ ਸਾਹਮਣੇ ਨੇ ਨਾ, ਇਹ ਲਗਾਤਾਰ ਬੋਲਦੇ ਨੇ। ਤੇ ਹੁਣ ਇਹਨਾਂ ਨੇ ਇਹ ਵੀ ਦੱਸਤਾ ਕਿ ਜੋ ਕੁਝ ਪੰਜਾਬੀਆਂ ਨੇ ਕੀਤਾ, ਜਿਸ ਤਰ੍ਹਾਂ ਰਾਵਣ ਬਣਾ ਕੇ ਮੋਦੀ ਦੇ ਪੁਤਲੇ ਫੂਕੇ, ਇਹ ਰਿਪੋਰਟ ਅਸੀਂ ਦੇਤੀ ਹੈ ਔਰ ਅਸੀਂ ਸਾਰੀ ਰਿਪੋਰਟ ਭੇਜਤੀ ਹੈ। ਜੇ ਨਾ ਵੀ ਭੇਜੋਗੇ ਮਿੱਤਲ ਸਾਹਿਬ, ਅਸੀਂ ਕਿਸ ਕੰਮ ਲਈ ਬੈਠੇ ਹਾਂ? ਰਿਪੋਰਟ ਤਾਂ ਮੀਡੀਆ ਭੇਜ ਦਿੰਦਾ। ਹਾਂ, ਤੁਸੀਂ ਪਿਛਲੀ ਗੱਲ ਦੱਸੋ, ਤੁਸੀਂ ਇਹੋ ਜਿਹੀ ਕੋਈ ਗੱਲ ਕਹੀ ਹੈ ਕਿ ਜੇ ਸਾਨੂੰ ਘਰੋਂ ਨਿਕਲਣ ਦੀ ਆਗਿਆ ਦਿਵਾਉਣੀ ਹੈ, ਜੇ ਲੋਕਾਂ ਦੇ ਮੂੰਹ ਲਾਉਣ ਜੋਗੇ ਸਾਨੂੰ ਛੱਡਣਾ ਹੈ, ਤਾਂ ਕਿਸਾਨਾਂ ਦੀ ਗੱਲ ਸੁਣ ਲਓ। ਜੇ ਤਾਂ ਇਹੋ ਜਿਹੀ ਕੋਈ ਗੱਲ ਭੇਜੀ ਹੈ ਫਿਰ ਤਾਂ ਠੀਕ ਹੈ, ਲੇਕਿਨ ਜਿਹੜੀਆਂ ਉਹੀ ਗੱਲਾਂ ਦੱਸੀ ਜਾਣੀਆਂ, ਅਸੀਂ ਇਹ ਕਿਹਾ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੋ ਗਈ, ਸਾਡੇ ਤੇ ਅਟੈਕ ਹੋ ਰਹੇ ਨੇ, ਇਹ ਸਾਰੀਆਂ ਗੱਲਾਂ ਮੀਡੀਆ 'ਚ ਵੀ ਆਈਆਂ ਨੇ। ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ, ਸਾਨੂੰ ਵੀ ਪਤਾ ਸੀ ਕੌਣ ਚਾਹੁੰਦਾ ਵੀ ਸ਼ਾਂਤੀ ਭੰਗ ਹੋਵੇ, ਕਿਹੜਾ ਧਰਮ ਚਾਹੁੰਦਾ ਵੀ ਸ਼ਾਂਤੀ ਭੰਗ ਹੋਵੇ। ਇਹ ਸਾਰੀਆਂ ਗੱਲਾਂ ਦਾ ਜਿਹੜਾ ਹੈ ਤੁਸੀਂ ਤਾਂ ਬਲਕਿ ਹਰ ਪੱਤਾ ਖੇਡ ਕੇ ਦੇਖ ਲਿਆ, ਤੁਸੀਂ ਤਾਂ ਜਿਹੜਾ ਹੈ ਦਲਿਤ ਪੱਤਾ ਖੇਡਿਆ, ਉਹ ਨਹੀਂ ਚੱਲਿਆ ਤੁਹਾਡਾ। ਤੁਸੀਂ ਲੋਕਾਂ ਨੂੰ ਸਮਝਾਉਣ ਲਈ 8 ਜਿਹੜੇ ਨੇ ਵਰਚੁਅਲ ਮੀਟਿੰਗਾਂ ਲਈ ਮੰਤਰੀ ਭੇਜੇ, ਲੋਕਾਂ ਨੇ ਉਲਟ ਤੁਹਾਨੂੰ ਸਮਝਾਉਣਾ ਸ਼ੁਰੂ ਕਰਤਾ ਕਿਸਾਨਾਂ ਨੇ। ਤਾਂ ਗੱਲ ਜਿਹੜੀ ਹੈ ਅਗਲੀ ਦੱਸੋ ਤੁਸੀਂ ਇਸ ਦੇ ਪਿੱਛੇ, ਜਿਹੜੀ ਜੇ ਤੁਸੀਂ ਆਹ ਭੇਜੀ ਹੈ ਰਿਪੋਰਟ, ਇਹਦੇ ਨਾਲ ਕੋਈ ਖਬਰ ਨਹੀਂ ਬਣਦੀ। ਤੁਹਾਡੀ ਖਬਰ ਉਦੋਂ ਬਣੂ ਜੋ ਤੁਸੀਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਹਿਤਾ ਕਿ ਅਸੀਂ ਚੱਲੇ ਹਾਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਆਓ, ਜਾਂ ਅਸੀਂ ਕੇਂਦਰ ਨਾਲ ਗੱਲ ਕਰਦੇ ਹਾਂ, ਤੁਹਾਡੀਆਂ ਜਾਇਜ਼ ਮੰਗਾਂ ਅਸੀਂ ਮਨਾਉਣੇ ਆ, ਫਿਰ ਤਾਂ ਗੱਲ ਬਣਦੀ ਹੈ। ਤਾਂ ਅਦਰਵਾਈਜ਼ ਤਾਂ ਤੁਸੀਂ ਆਪਣੀ ਜ਼ਮੀਨ ਤਲਾਸ਼ ਰਹੇ ਹੋ। ਹੁਣ ਅੱਜ ਮੈਂ ਤੁਹਾਨੂੰ ਅੱਜ ਦੀ ਗੱਲ ਦੱਸ ਦਿੰਦਾ। ਅੱਜ ਭਾਰਤੀ ਜਨਤਾ ਪਾਰਟੀ ਦਾ ਮਹਿਲਾ ਵਿੰਗ ਹੈ ਜਿਹੜਾ,
ਉਹ ਕੋਠੀ ਘੇਰਨੀ ਹੈ ਕੈਪਟਨ ਅਮਰਿੰਦਰ ਸਿੰਘ ਦੀ। 17 ਸੈਕਟਰ ਚ ਇਕੱਠੇ ਹੋਣਾ 11 ਵਜੇ ਮਾਰਚ ਕਰਨਾ ਔਰ ਉਸ ਤੋਂ ਬਾਅਦ ਕੋਠੀ ਵੱਲ ਨੂੰ ਵਧਣਾ। ਚਲੋ ਵਧਣ ਕਿਹਨੇ ਦੇਣਾ ਹੈ, ਨਾਲੇ ਇਹਨਾਂ ਦੇ ਕਿਹੜਾ ਪਤਾ ਹੀ ਹੈ। ਵੈਸੇ ਤਾਂ ਅੱਜ ਪਤਾ ਲੱਗ ਜੂ ਵੀ ਕਿੰਨੇ ਕੁ ਸਟਰੋਂਗ ਨੇ ਭਾਜਪਾ ਦੀਆਂ ਮਹਿਲਾਵਾਂ, ਲੇਕਿਨ ਆਮ ਤੌਰ ਤੇ ਪਤਾ ਹੀ ਹੁੰਦਾ ਕਿ ਉੱਥੇ ਰੋਕ ਲੈਂਦੀ ਹੈ ਪੁਲਿਸ, ਆਪਦਾ ਪ੍ਰੋਟੈਸਟ, ਖਬਰਾਂ ਬਣਾਈਆਂ, ਫੋਟੋ ਖਿਚਾਈਆਂ, ਬੈਰੀਕੇਡ ਤੇ ਚੜੇ। ਇਹ ਤਾਂ ਇੱਕ ਤਰੀਕਾ ਬਣ ਗਿਆ ਫੋਟੋ ਖਿਚਾਉਣ ਦਾ, ਵੀ ਅਗਲੇ ਦਿਨ ਸਾਡੀ ਫੋਟੋ ਅਖਬਾਰ ਚ ਆਊ, ਫਿਰ ਅਖਬਾਰ ਖਰੀਦ ਕੇ ਇੱਕ ਦੂਜੇ ਨੂੰ ਭੇਜੋ, ਫਿਰ ਫੇਸਬੁੱਕ ਤੇ ਪਾ ਦੋ, ਦੇਖੋ ਕੱਲ ਮੈਂ ਕੀਤਾ, ਹਾਜ਼ਰੀਆਂ ਲਵਾਓ ਆਪਦੇ ਵੱਡੇ ਲੀਡਰਾਂ ਕੋਲ। ਇਹੋ ਜਿਹਾ ਕੁਝ ਚੱਲਦਾ ਹੈ। ਸੋ ਆਪਣੀ ਆਪਣੀ ਜ਼ਮੀਨ ਤਲਾਸ਼ਣ ਦੀ ਜਿਹੜੀ ਕੋਸ਼ਿਸ਼ ਚੱਲ ਰਹੀ ਹੈ ਉਹ ਨਜ਼ਰ ਆਉਂਦੀ ਹੈ। ਐਨੀਵੇ, ਜ਼ਮੀਨ ਤਾਂ ਹੁਣ ਸਾਡਾ ਸੁਖਬੀਰ ਸਿੰਘ ਬਾਦਲ ਵੀ ਤਲਾਸ਼ ਰਿਹਾ ਹੈ। ਦੇਖੋ ਇੱਕ ਗੱਲ ਹੈ, ਸੁਖਬੀਰ ਸਿੰਘ ਬਾਦਲ ਇਹ ਗੱਲ ਮੰਨ ਕੇ ਚੱਲੇ ਕਿ 15 ਨਵੰਬਰ ਨੂੰ ਇਹ 100 ਸਾਲ ਮਨਾ ਰਹੇ ਨੇ ਸ਼੍ਰੋਮਣੀ ਕਮੇਟੀ, ਮਤਲਬ 100 ਸਾਲ ਹੋ ਗਿਆ ਅਕਾਲੀ ਦਲ ਬਣੇ ਨੂੰ, ਕੱਲੀ ਕਮੇਟੀ ਨਹੀਂ। ਤੋ ਅਕਾਲੀ ਦਲ ਦਾ ਪ੍ਰਧਾਨ ਹੋਵੇ ਔਰ ਅਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਯਾਦ ਆਇਆ ਕਿ ਅਸੀਂ ਤਾਂ ਸੂਬਿਆਂ ਦੀ ਖੁਦਮੁਖਤਾਰੀ ਚਾਹੁੰਦੇ ਸੀ, ਲੇਕਿਨ ਕੇਂਦਰ ਸਾਨੂੰ ਤਾਂ ਗੁਲਾਮ ਬਣਾ ਰਿਹਾ। ਸਟੇਟਮੈਂਟ ਬਹੁਤ ਵਧੀਆ ਕੱਲ ਉਹਨਾਂ ਦੀ। ਮੈਂ ਸਹਿਮਤ ਹਾਂ ਕਿ ਜਿਹੜਾ ਮਾਲੀਆ ਹੈ ਨਾ, ਉਹਦੇ ਵਿੱਚ ਕੇਂਦਰ ਤਾਂ ਕਹਿੰਦਾ ਹੋਰ ਹਿੱਸੇਦਾਰੀ ਘਟਾ ਦਿਓ, ਤੇ ਬਾਦਲ ਸਾਹਿਬ ਜੋ ਕਹਿ ਰਹੇ ਨੇ ਬਿਲਕੁਲ, ਇਹ ਤਾਂ ਸੂਬੇ ਤਾਂ ਵੈਸੇ ਹੀ ਪਹਿਲੇ ਹੀ ਗੁਲਾਮ ਨੇ। ਮਤਲਬ ਕਦੇ ਸੁਣਿਆ ਸੀ ਆਪਦੇ ਪੈਸੇ ਨੂੰ ਲੈਣ ਲਈ ਵੀ ਹੱਥ ਅੱਡੋ, ਜਿਵੇਂ ਜੀਐਸਟੀ ਲਈ ਪੰਜਾਬ ਅੱਡ ਰਿਹਾ। ਤੋ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਗਲਾ ਗੱਲ ਹੈ ਕਿ ਜਿਹੜਾ ਸੰਘੀ ਢਾਂਚਾ ਹੈ ਇਹਦੀ ਰਾਖੀ ਕਰਨੀ ਜ਼ਰੂਰੀ ਹੈ, ਫੈਡਰਲਿਜ਼ਮ ਦੀ ਰਾਖੀ ਕਰਨੀ ਜ਼ਰੂਰੀ ਹੈ। ਇਹ ਰਾਖੀ ਕਰਨ ਲਈ ਪਹਿਲ ਕਦਮੀ ਅਸੀਂ ਕਰ ਰਹੇ ਹਾਂ। ਬਾਦਲ ਸਾਹਿਬ, ਪਹਿਲ ਕਦਮੀ ਪਹਿਲਾਂ ਵੀ ਅਕਾਲੀ ਦਲ ਨੇ ਕੀਤੀ ਸੀ, ਤੁਹਾਡੇ ਤੋਂ ਬਾਅਦ ਇਹ ਸਾਰੀ ਗੜਬੜ ਹੋਈ ਹੈ। ਪਹਿਲਾਂ ਪਹਿਲ ਕਦਮੀ ਅਨੰਦਪੁਰ ਦਾ ਰੈਜੂਲੇਸ਼ਨ ਤੇ ਤੁਸੀਂ ਡਟੇ ਰਹਿੰਦੇ, ਤੇ ਲੇਕਿਨ ਤੁਸੀਂ ਚੰਡੀਗੜ੍ਹ, ਅਨੰਦਪੁਰ ਸਾਹਿਬ ਇਹ ਤਾਂ ਬਸਤੇ ਚ ਪਾ ਲੈਂਦੇ ਹੋ। ਜਦੋਂ ਸਰਕਾਰ ਆ ਗਈ ਉਦੋਂ ਚੁੱਪ, ਤੇ ਜਦੋਂ ਸਰਕਾਰ ਚਲੀ ਜਾਂਦੀ ਹੈ ਤੇ ਦੁਬਾਰਾ ਉਹਨੂੰ ਥੱਲੇ ਚੋਂ ਕੱਢ ਕੇ ਮੁੱਦੇ ਨੂੰ ਫਿਰ ਤੁਸੀਂ ਇਛਾਲ ਦਿਓ, ਜਿਵੇਂ ਹੁਣ ਕੀਤਾ ਜਾ ਰਿਹਾ। ਲੋਕ ਕਿਵੇਂ ਵਿਸ਼ਵਾਸ ਕਰਨਗੇ? ਤੁਸੀਂ ਦਿਲੋਂ ਕਹਿ ਰਹੇ ਹੋ ਕਿ ਅਸੀਂ ਖੁਦਮੁਖਤਿਆਰੀ ਦੀ ਗੱਲ ਕਰੀਏ, ਲੇਕਿਨ ਸੱਚੀ ਗੱਲ ਇਹ ਹੈ ਜਿਵੇਂ ਜੇ ਐਂਡ ਕਸ਼ਮੀਰ ਵਾਲੇ ਇਕੱਠੇ ਹੋਏ ਨੇ, ਉਹ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੇ, ਉਹਨਾਂ ਦਾ ਮਸਲਾ ਇਦੋਂ ਵੀ ਵੱਡਾ ਹੈ, ਲੇਕਿਨ ਇਹ ਵੀ ਕੋਈ ਘੱਟ ਨਹੀਂ ਕਿ ਖੁਦਮੁਖਤਿਆਰੀ ਜਿਹੜੀ ਚਾਹੀਦੀ ਹੈ। ਜੰਮੂ ਕਸ਼ਮੀਰ ਦੀ ਗੱਲ ਚੱਲੀ ਹੈ, ਉਹਨਾਂ ਦੇ ਤਾਂ ਹੋਰ ਵੀ ਇੱਕ ਵੱਡਾ ਮਸਲਾ ਖੜਾ ਕਰਤਾ ਕੇਂਦਰ ਸਰਕਾਰ ਨੇ। ਹੁਣ ਤੁਸੀਂ ਵੀ ਖਰੀਦ ਸਕਦੇ ਹੋ ਉੱਥੇ ਜਗ੍ਹਾ, ਕੋਈ ਵੀ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਹੜਾ ਹੁਣ ਬਣ ਗਿਆ, ਕੋਈ ਦੁਕਾਨ ਬਣਾਉਣੀ ਹੈ, ਕੋਈ ਮਕਾਨ ਬਣਾਉਣਾ ਹੈ, ਤੁਸੀਂ ਜਾ ਕੇ ਉੱਥੇ ਜਗ੍ਹਾ ਲੈ ਸਕਦੇ ਹੋ, ਤੁਹਾਡੇ ਨਾਂ ਤੇ ਰਜਿਸਟਰੀ ਹੋਊ। ਇਹਦਾ ਵਿਰੋਧ ਚੱਲ ਰਿਹਾ ਹੈ। ਫਾਰੂਕ ਅਬਦੁੱਲਾ ਤਾਂ ਕਹਿੰਦਾ ਸਾਡਾ ਕਸ਼ਮੀਰ ਇਹਨਾਂ ਨੇ ਸੇਲ ਤੇ ਲਾਤਾ। ਵੈਸੇ ਮੈਂ ਸਮਝਦਾ ਚਾਹੇ ਹਿਮਾਚਲ ਹੋਵੇ, ਚਾਹੇ ਇੱਥੇ ਜਿਹੜਾ ਇਹਨਾਂ ਨੇ ਅਮੈਂਡ ਕੀਤਾ ਇਹਨਾਂ ਦਾ ਐਕਟ, ਇਹ ਕਿਤੇ ਵੀ ਹੋਵੇ, ਇਸ ਤਰ੍ਹਾਂ ਨਹੀਂ ਚਾਹੀਦਾ। ਰਾਈਟ ਟੂ ਲਿਵ, ਰਾਈਟ ਟੂ ਇਕੁਐਲਿਟੀ, ਇਹ ਸਾਡਾ ਫੰਡਾਮੈਂਟਲ ਰਾਈਟ ਹੈ ਤੇ ਇਹ ਇਨਫਰਿੰਜਮੈਂਟ ਹੁੰਦੀ ਹੈ। ਸੋ ਬਹੁਤ ਸਾਰੀਆਂ ਹੋਰ ਖਬਰਾਂ ਨੇ, ਲੇਕਿਨ ਬ੍ਰੇਕ ਫਿਰ ਲੈਣੀ ਆਪਾਂ। ਬ੍ਰੇਕ ਤੋਂ ਬਾਅਦ ਜਿਹੜੇ ਸਾਡਾ ਇਹ ਪ੍ਰੋਗਰਾਮ ਜਿਹੜਾ ਤੁਸੀਂ ਇੰਡੀਆ ਦੇ ਦਰਸ਼ਕ ਸੁਣ ਰਹੇ ਹੋ, ਥੋੜੀ ਲੰਬੀ ਬ੍ਰੇਕ ਹੋਏਗੀ। 9:40 ਤੇ ਇਹ ਦੁਬਾਰਾ ਆਏਗਾ ਅਗਲਾ ਹਿੱਸਾ। ਨਾਰਥ ਅਮਰੀਕਾ ਦੇ ਜਿਹੜੇ ਦਰਸ਼ਕ ਨੇ ਉਹਨਾਂ ਲਈ ਹੁਣੇ ਤੁਸੀਂ ਜੁੜੇ ਰਹਿ ਸਕਦੇ ਹੋ। ਬਸ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਦੇਖੋ ਗੱਲ ਇਹ ਹੈ ਕਿ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਗੱਲ ਤੁਹਾਨੂੰ ਦੱਸ ਰਿਹਾ ਸੀ ਕਿ ਉੱਥੇ ਹੁਣ ਕੋਈ ਵੀ ਜਗ੍ਹਾ ਖਰੀਦ ਸਕਦਾ ਹੈ। ਬਹੁਤ ਸਾਰੇ ਹੋਰ ਸਟੇਟ ਵੀ ਨੇ, ਉਹਨਾਂ 'ਚ ਵੀ ਤਬਦੀਲੀ ਹੋ ਸਕਦੀ, ਹਿਮਾਚਲ 'ਚ ਕਿਉਂ ਨਹੀਂ ਹੋ ਸਕਦੀ? ਬਹੁਤ ਕੁਝ ਐਸਾ ਹੈ। ਲੇਕਿਨ ਹੁਣ ਜਿਹੜੀ ਮੈਂ ਖਬਰ ਲੈ ਰਿਹਾ ਉਹ ਇੰਟਰਨੈਸ਼ਨਲ ਖਬਰ ਹੈ। ਇੰਟਰਨੈਸ਼ਨਲ ਇਹ ਹੈ ਕਿ ਅੱਜ ਦੇ ਸਾਰੇ ਅਖਬਾਰਾਂ ਦੀ ਉਹ ਪਹਿਲੀ ਖਬਰ ਹੈ, ਵੱਡੇ ਅਖਬਾਰਾਂ ਦੀ। ਕੀ ਹੈ ਕਿ ਭਾਰਤ ਤੇ ਅਮਰੀਕਾ ਦੋਨਾਂ 'ਚ ਸਮਝੌਤਾ ਹੋਇਆ ਕਿ ਡਿਫੈਂਸ ਡੀਲ ਹੋਈ, ਫੌਜੀ ਸਮਝੌਤੇ ਹੋਏ ਨੇ, ਔਰ ਜਿਹੜਾ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ
ਇਹ ਹੈ ਉਹਦਾ ਨਾਮ ਦਿੱਤਾ ਗਿਆ। ਚਲੋ ਮੰਨ ਲਓ 2+2 ਇਹ ਜਿਹੜਾ ਗੱਲਬਾਤ ਚੱਲ ਰਹੀ ਹੈ। ਜਿਹੜੇ ਵਿਦੇਸ਼ ਮੰਤਰੀ ਨੇ ਨਾ ਅਮਰੀਕਾ ਦੇ, ਮਾਈਕ ਪੋਪੀਓ, ਤੇ ਉਹਨਾਂ ਦਾ ਰੱਖਿਆ ਮੰਤਰੀ ਟੀ ਐਸਪਰ, ਇਹ ਆਏ ਹੋਏ ਨੇ। ਕੱਲ ਮੁਲਾਕਾਤ ਕੀਤੀ ਸੀ ਪ੍ਰਧਾਨ ਮੰਤਰੀ ਨਾਲ ਵੀ, ਰਾਜਨਾਥ ਸਿੰਘ ਸਾਡੇ ਰੱਖਿਆ ਮੰਤਰੀ ਨਾਲ ਤਾਂ ਹੋ ਹੀ ਰਹੀ ਹੈ। ਔਰ ਇਹ ਡੀਲ ਜਿਹੜੀ ਹੈ, ਜਿਸ ਤਰ੍ਹਾਂ ਡੀਲ ਹੋਈ ਹੈ, ਜਿਹੜੇ ਮੋਗੇ ਡੀਲ ਹੋਈ ਹੈ, ਜਦੋਂ ਚੀਨ ਨਾਲ ਬਹੁਤ ਜ਼ਿਆਦਾ ਟੈਨਸ਼ਨ ਹੈ, ਉਸ ਮੌਕੇ ਇਹ ਡੀਲ ਹੋਈ ਹੈ। ਔਰ ਕਿਹਾ ਵੀ ਹੈ ਚੀਨ ਨੇ ਕਿ ਪੋਪੀਓ ਲਗਾਤਾਰ ਇਹ ਸ਼ਾਂਤੀ ਜਿਹੜੀ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਏਰੀਏ 'ਚ। ਐਨੀਵੇ ਡੀਲ ਹੋਈ ਹੈ ਵੱਡੀ ਅਮਰੀਕਾ ਨਾਲ। ਅਗਲੀ ਖਬਰ ਲਈਏ ਆਪਾਂ। ਇਹ ਖਬਰ ਬਿਲਕੁਲ ਇੰਟਰਨੈਸ਼ਨਲ ਖਬਰ ਤੋਂ ਲੈ ਕੇ ਬਠਿੰਡੇ ਪਹੁੰਚਣਾ ਪਏਗਾ, ਪਰ ਬਠਿੰਡੇ ਦੀ ਇਹ ਖਬਰ ਇਸ਼ਾਰੇ ਵੱਡੇ ਕਰਦੀ ਹੈ ਔਰ ਦੁੱਖ ਹੁੰਦਾ ਹੈ ਖਬਰ ਦੇਖ ਕੇ, ਤੁਹਾਨੂੰ ਵੀ ਦੁੱਖ ਹੋਏਗਾ। ਬਠਿੰਡੇ ਦੇ ਇੱਕ ਪਾਰਕ ਦੇ ਵਿੱਚ ਆਟਿਆਂ ਦਾ, ਕਣਕ ਦੇ ਆਟੇ ਦਾ ਢੇਰ ਲੱਗਿਆ ਹੋਇਆ, ਪਹਾੜ, ਨੋਟ ਢੇਰ, ਥੋੜਾ ਨਹੀਂ, ਟਾਣਾ ਦੇ ਟਨ ਆਟਾ। ਗਿਆ ਕਿੱਥੇ? ਉਹਦੇ ਨਾਲ ਜੇਵੀਸੀ ਲੱਗੀ ਹੈ। ਜੇਵੀਸੀ ਉਹਨੂੰ ਮਿੱਟੀ 'ਚ ਮਿਲਾ ਰਹੀ ਹੈ। ਆਪਾਂ ਕਹਿੰਦੇ ਆਟਾ ਮਿੱਟੀ 'ਚ, ਸੱਚਮੁੱਚ ਮਿੱਟੀ 'ਚ ਮਿਲਾ ਰਹੀ ਹੈ। ਕਿਉਂ? ਹੁਣ ਇਹਦੇ 'ਚ ਦੋ ਜਿਹੜੇ ਪੱਖ ਨੇ। ਇੱਕ ਪੱਖ ਇਹ ਕਹਿੰਦਾ ਹੈ ਕਿ ਜਿਹੜੇ ਵਿਰੋਧੀ ਨੇ ਕਹਿੰਦੇ ਨੇ ਕਿ ਇਹ ਉਹ ਆਟਾ ਹੈ ਜਿਹੜਾ ਗਰੀਬਾਂ ਨੂੰ ਵੰਡਣ ਲਈ ਸਰਕਾਰੀ ਆਇਆ ਸੀ, ਵੇਚਣਾ ਸੀ ਮਾਰਕੀਟ 'ਚ, ਵੇਚਣ ਦਾ ਟਾਈਮ ਨਹੀਂ ਮਿਲਿਆ, ਵਿਕਿਆ ਨਹੀਂ, ਕੋਈ ਵੀ ਕਾਰਨ ਹੋ ਸਕਦਾ। ਦੂਜੇ ਮੈਂ ਕਾਰਪੋਰੇਸ਼ਨ ਦੇ ਮੁਲਾਜ਼ਮ, ਉਹਨਾਂ ਦਾ ਪੱਖ ਸੁਣਿਆ। ਉਹ ਕਹਿੰਦੇ ਜੀ ਇਹ ਆਟਾ ਸਰਕਾਰੀ ਨਹੀਂ, ਇਹ ਆਟਾ ਸਾਡਾ ਹੈ। ਉਹਨਾਂ ਦਾ ਕਿਵੇਂ ਆ? ਉਹ ਕਹਿੰਦੇ ਜਦੋਂ ਲੋਕਡਾਊਨ ਹੋਇਆ ਅਸੀਂ ਸਾਰੇ ਮੁਲਾਜ਼ਮਾਂ ਨੇ ਪੈਸੇ ਇਕੱਠੇ ਕਰਕੇ ਇਹ ਆਟਾ ਖਰੀਦਿਆ ਸੀ। ਅਸੀਂ ਚਾਹੁੰਦੇ ਸੀ ਪਰ ਅਸੀਂ ਬਿਜ਼ੀ ਹੋ ਗਏ, ਅਸੀਂ ਵੰਡਿਆ ਨਹੀਂ ਗਿਆ, ਤੇ ਇਸ ਕਰਕੇ ਹੁਣ ਇਹਨੂੰ ਅਸੀਂ ਮਿੱਟੀ 'ਚ ਮਿਲਾ ਰਹੇ ਹਾਂ। ਸੱਚੀ ਗੱਲ ਤਾਂ ਇਹ ਹੈ, ਇਹ ਮਿੱਟੀ 'ਚ ਮਿਲਾਉਣ ਵਾਲੀ ਗੱਲ ਵੀ ਬਾਹਰ ਨਹੀਂ ਆਉਣੀ ਸੀ। ਇਹ ਵੀ ਮੀਡੀਆ ਦੇ ਇੱਕ ਚੈਨਲ ਨੂੰ ਪਤਾ ਲੱਗ ਗਿਆ ਤੇ ਉਹਨੇ ਆ ਕੇ ਇਹ ਖਬਰ ਬ੍ਰੇਕ ਕਰ ਲਈ। ਅਦਰਵਾਈਜ਼ ਆਟੇ ਨੂੰ ਮਿੱਟੀ 'ਚ ਮਿਲਾਉਣਾ, ਜੇ ਮੰਨ ਲੈਨੇ ਆਪਾਂ, ਚਲੋ ਆਪਾਂ ਕਹੀਏ ਵੀ ਸਰਕਾਰੀ ਨਹੀਂ, ਜੇ ਮੁਲਾਜ਼ਮਾਂ ਦਾ ਵੀ ਹੈ ਤਾਂ ਵੀ ਕੀ ਹੱਕ ਹੈ ਜੀ ਉਹਨਾਂ ਨੂੰ? ਫਿਰ ਵੀ ਲੋਕਾਂ ਦੇ ਪੈਸੇ ਦਾ। ਜੇ ਤੁਸੀਂ ਕਲੈਕਸ਼ਨ ਕਰਕੇ ਆਟਾ ਖਰਾਬ ਕਰ ਰਹੇ ਹੋ, ਮਤਲਬ ਇਹ ਹੈ ਕਿ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ। ਬਹੁਤ ਥਾਵਾਂ ਤੇ ਸੁਸਰੀਆਂ ਪਈਆਂ, ਫੋਟੋਆਂ ਤੁਸੀਂ ਦੇਖੀਆਂ ਹੋਣਗੀਆਂ, ਸਰਕਾਰੀ ਰਾਸ਼ਨ ਵੰਡਿਆ ਨਹੀਂ ਗਿਆ ਔਰ ਉਹਨੂੰ ਵੇਚਣ ਲਈ, ਉਹ ਮਾਰਕੀਟ 'ਚ ਵੇਚਣ ਲਈ ਰੱਖਿਆ ਗਿਆ, ਨਹੀਂ ਵਿਕਿਆ ਤੇ ਹੁਣ ਖਰਾਬ ਹੋ ਗਿਆ। ਉਹ ਜਿਸ ਦੇਸ਼ ਦੇ ਵਿੱਚ ਲੋਕ ਭੁੱਖੇ ਮਰ ਰਹੇ ਹੋਣ, ਉਸ ਦੇਸ਼ ਦੇ ਵਿੱਚ ਆਟੇ ਦਾ ਇਹ ਹਾਲ ਹੋ। ਇਹ ਤੁਸੀਂ ਹੁਣ ਸਾਡੇ ਇਦੋਂ ਅਗਲੀ ਕੋਈ ਗੱਲ ਨਹੀਂ, ਇਹ ਤੁਸੀਂ ਆਪ ਸੋਚੋ। ਇਹ ਬਠਿੰਡਾ ਦੇ ਵਿੱਚ ਹੋ ਰਿਹਾ ਹੈ, ਜੋ ਤੁਹਾਡੇ ਸਾਹਮਣੇ ਹੋ ਰਿਹਾ ਹੈ, ਇਹਦਾ ਜਵਾਬ ਤੁਸੀਂ ਜਿਹੜਾ ਹੈ ਆਪਣੇ ਲੀਡਰਾਂ ਤੋਂ ਲੈ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਵੋਟ ਪਾ ਕੇ ਭੇਜਦੇ ਹੋ। ਤੇ ਜਦੋਂ ਕਹਿੰਦੇ ਕਿ ਲੀਡਰ ਹੈ, ਕਈ ਵਾਰੀ ਆਉਂਦਾ ਮੇਰੇ ਕੋਲ, ਇਹ ਬੜਾ ਨਿਕੰਮਾ ਹੈ। ਤੁਹਾਡਾ ਲੀਡਰ ਹੈ, ਵੋਟਾਂ ਤੁਸੀਂ ਪਾਈਆਂ ਨੇ, ਤੁਸੀਂ ਜਿਤਾਇਆ, ਤੁਸੀਂ ਨਿਕੰਮੇ ਨੂੰ ਜਿਤਾਉਣਾ, ਸਿਆਣੇ ਨੂੰ ਜਿਤਾਉਣਾ, ਚੰਗੇ ਨੂੰ ਜਿਤਾਉਣਾ, ਇਮਾਨਦਾਰ ਨੂੰ ਜਿਤਾਉਣਾ, ਕਰਪਟ ਨੂੰ ਜਿਤਾਉਣਾ, ਤੁਸੀਂ ਦੇਖਣਾ। ਆ ਜਾਓ ਹੁਣ ਇੱਕ ਜਿੱਤੇ ਹੋਏ ਬੰਦੇ ਦੀ ਗੱਲ ਕਰ ਲਈਏ। ਸੁਸ਼ੀਲ ਕੁਮਾਰ ਹੈ, ਜਲੰਧਰ ਤੋਂ ਐਮਐਲਏ ਹੈ। ਸੌਰੀ, ਜਿਹੜਾ ਇਹ ਐਮਐਲਏ ਹੈ, ਇਹ ਕੱਲ ਜਾ ਰਿਹਾ ਸੀ, ਨਾਲ ਇਹਦਾ ਗਨਮੈਨ ਸੀ, ਸਾਹਮਣੇ ਟਰੈਕਟਰ ਟਰਾਲੀ ਆ ਗਏ, ਸਿੱਧੀ ਟੱਕਰ ਹੈ। ਮੈਂ ਗੱਡੀ ਦੇਖੀ ਹੈ, ਬਿਲਕੁਲ ਹੀ ਨੁਕਸਾਨ ਹੋ ਗਿਆ ਗੱਡੀ ਦਾ, ਲੇਕਿਨ ਬਚਾਅ ਹੋ ਗਿਆ ਐਮਐਲਏ ਦਾ। ਸੱਟਾਂ ਸਭ ਦੇ ਲੱਗੀਆਂ, ਗਨਮੈਨ ਦੇ ਵੀ, ਕੁੱਕ ਵੀ ਨਾਲ ਸੀ, ਉਹਦੇ ਵੀ ਲੱਗੀਆਂ। ਲੇਕਿਨ ਜੇ ਹਾਲ ਇਹ ਹੈ ਕਿ ਜੇ ਐਮਐਲਏ ਨਹੀਂ ਸੇਫ, ਜਿਹੜਾ, ਮੈਂ ਨਹੀਂ ਕਹਿੰਦਾ ਕਿ ਐਮਐਲਏ ਕੋਈ ਉੱਤੋਂ ਅਸਮਾਨੋਂ ਉਤਰਿਆ ਹੁੰਦਾ ਹੈ, ਪਰ ਗੱਲ ਤਾਂ ਇਹ ਹੈ ਕਿ ਉਹਨੂੰ ਪਤਾ ਹੋਣਾ ਚਾਹੀਦਾ ਵੀ ਹਾਲ ਕੀ ਹੈ। ਥੋੜੀ ਟ੍ਰੈਫਿਕ ਪੁੱਠੇ ਪਾਸਿਓਂ ਜੇ ਆ ਰਿਹਾ ਟਰੈਕਟਰ, ਇਹਦਾ ਮਤਲਬ ਵੈਸੇ ਸਾਡੇ ਦੇਸ਼ ਦੇ ਵਿੱਚ ਰੋਂਗ ਸਾਈਡ ਦੇ ਕਾਰਨ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ। ਪੁੱਠਾ ਆਉਣਾ, ਰੋਂਗ ਸਾਈਡ ਚੱਲਣਾ, ਰੋਂਗ ਸਾਈਡ ਓਵਰਟੇਕ ਕਰਨਾ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਇਹ ਸਰਕਾਰਾਂ ਤੇ ਹੀ ਜਾਂਦਾ ਨਾ ਕਿ ਤੁਸੀਂ ਟ੍ਰੈਫਿਕ ਰੂਲ ਲਾਗੂ ਜਿਹੜਾ ਹੈ ਨਹੀਂ ਕਰਦੇ। ਇਹ ਕਦੇ ਕਦੇ ਹੁੰਦਾ, ਜਿਵੇਂ ਕੱਲ ਅਸੀਂ ਦੇਖਿਆ ਹਰਿਆਣਾ ਦੇ ਇੱਕ ਸ਼ਹਿਰ ਦੇ ਵਿੱਚ
ਭਵਾਨੀ ਦੇ ਵਿੱਚ ਦੋ ਬੰਦੇ ਖੜੇ ਨੇ ਟਰੈਕਟਰ ਤੇ, ਹਾਲਾਂਕਿ ਵਿਚਾਰਾ ਗਰੀਬ ਬੰਦਾ ਹੈ, ਟਰੈਕਟਰ ਆਉਂਦਾ ਤੇ ਸਾਈਡ ਤੇ ਖੜੇ ਤੇ ਚੜ ਜਾਂਦਾ ਹੈ। ਇਸ ਤਰ੍ਹਾਂ ਦੀ ਗੱਲ ਤਾਂ ਕਦੇ ਕਦੇ ਵਾਪਰਦੀ ਹੈ। ਇਹ ਤਾਂ ਪਤਾ ਹੈ ਜੇ ਰੌਂਗ ਸਾਈਡ ਤੇ ਆਉਂਦਾ ਤੇ ਕਿੰਨੀ ਕੁ ਸਜ਼ਾ ਦਿੰਦੇ ਆ। ਜੇ ਕਿਤੇ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਹੁੰਦੀ ਤਾਂ ਇਸ ਤਰ੍ਹਾਂ ਦੇ ਹਾਲ ਨਹੀਂ ਹੋਣੇ ਸੀ, ਤੇ ਇਸ ਤਰ੍ਹਾਂ ਚੱਲ ਰਿਹਾ ਹੈ। ਐਨੀਵੇ, ਐਮਐਲਏ ਸੁਸ਼ੀਲ ਕੁਮਾਰ ਰਿੰਕੂ ਸੱਟਾਂ ਲੱਗੀਆਂ ਲੇਕਿਨ ਬਚ ਗਿਆ। ਅਗਲੀ ਗੱਲ ਲਈਏ ਆਪਾਂ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੀ। ਦੇਖੋ, ਅੱਗੇ ਵੀ ਗੱਲ ਹੋਈ ਹੈ ਕਿ ਜਦੋਂ ਇਹ ਖੇਤੀ ਕਾਨੂੰਨ ਦਾ ਜਿਹੜੇ ਪਾਸ ਹੋਏ ਪੰਜਾਬ ਵਿਧਾਨ ਸਭਾ ਚ, ਅਮੈਂਡਮੈਂਟ ਕਹਿ ਲਓ, ਉਸ ਤੋਂ ਬਾਅਦ ਇਮੀਡੀਏਟ ਈਡੀ ਦਾ ਸੰਮਨ ਆ ਜਾਂਦਾ ਹੈ ਰਣਇੰਦਰ ਸਿੰਘ ਨੂੰ। ਜਿਹੜੀ ਇਹਨਾਂ ਦੀ ਜਾਇਦਾਦ, ਜਿਹੜੇ ਟਰਸਟ ਨੇ ਬਾਹਰ, ਉਹਦੀ ਜਿਹੜੀ ਟ੍ਰਾਂਜੈਕਸ਼ਨ ਹੋਈ ਹੈ ਉਹਦੇ ਬਾਰੇ ਪੁੱਛਗਿੱਛ ਕਰਨੀ ਹੈ ਜੀ। ਪਹਿਲਾਂ ਵੀ ਕੀਤੀ ਸੀ, 16 ਚ ਵੀ ਹੋਈ ਸੀ, ਲੇਕਿਨ ਉਦੋਂ ਬਾਅਦ ਚ ਹਾਲਾਂਕਿ ਕੈਪਟਨ ਸਾਹਿਬ ਕਹਿੰਦੇ ਚਲੋ ਇਹ ਤਾਂ ਚੱਲਦਾ ਰਹਿੰਦਾ, ਜਿਵੇਂ ਸਟਾਈਲ ਹੁੰਦਾ, ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਤਾਂ ਹੁੰਦਾ ਰਹਿੰਦਾ, ਇਹ ਹੋ ਗਿਆ ਠੀਕ ਹੋ ਜੂ। ਤੇ ਕੱਲ ਰਣਇੰਦਰ ਨੂੰ ਬੁਲਾਇਆ ਗਿਆ ਸੀ ਜਲੰਧਰ, ਜਿਹੜਾ ਈਡੀ ਦਾ ਦਫ਼ਤਰ ਹੈ। ਰਣਇੰਦਰ ਉੱਥੇ ਨਹੀਂ ਪਹੁੰਚੇ, ਔਰ ਜਿਹੜਾ ਨਾ ਪਹੁੰਚਣਾ, ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹ ਰਾਈਫਲ ਐਸੋਸੀਏਸ਼ਨ ਹੈ ਨਾ ਜਿਹੜੀ ਇੰਡੀਆ ਦੀ, ਉਹਦੇ ਇਹ ਪ੍ਰਧਾਨ ਨੇ, ਇਸ ਕਰਕੇ ਉੱਥੇ ਜਿਹੜੀ ਓਲੰਪਿਕ ਦੀ ਕੋਈ ਮੀਟਿੰਗ ਸੀ ਉਹਦੇ ਚ ਨੂੰ ਜਾਣਾ ਹੈ। ਤਾਂ ਖੈਰ 6 ਨਵੰਬਰ ਦੀ ਡੇਟ ਉਹਨਾਂ ਨੇ ਫੇਰ ਦੇਤੀ, ਅਗਲੇ ਹਫਤੇ ਜਾਣਗੇ। ਉਹ ਇਹ ਗੱਲਾਂ ਇਸ ਪੱਧਰ ਤੇ ਆ ਕੇ, ਸੱਚੀ ਗੱਲ ਹੈ ਕੈਪਟਨ ਸਾਹਿਬ ਦੀ, ਚੱਲਦੀਆਂ ਰਹਿੰਦੀਆਂ ਨੇ। ਅੱਗੇ ਚੱਲੀਏ ਆਪਾਂ, ਅਗਲੀ ਖਬਰ ਜਿਹੜੀ ਹੈ ਉਹ ਇਸ ਕਰਕੇ ਇੰਪੋਰਟੈਂਟ ਹੈ, ਕੱਲ ਵੀ ਦੱਸੀ ਸੀ, ਔਰ ਮੀਡੀਆ 'ਚ ਤੁਸੀਂ ਬਹੁਤ ਦੇਖੀ ਹੋਊ ਜਿਹੜੇ ਲਗਾਤਾਰ ਟੀਵੀ ਦੇਖਦੇ ਆ। ਜਿਵੇਂ ਕੱਲ ਬੱਲਭਗੜ੍ਹ ਫਰੀਦਾਬਾਦ ਦੇ ਵਿੱਚ, ਉਹ ਬੱਲਭਗੜ੍ਹ ਦਾ ਕਾਲਜ ਆ, ਅਗਰਵਾਲ ਕਾਲਜ, ਉਹਦੇ ਸਾਹਮਣੇ ਜਿਸ ਤਰ੍ਹਾਂ ਹੋਇਆ, ਕੁੜੀ ਬੀਕਾਮ ਦਾ ਪੇਪਰ ਦੇ ਕੇ ਬਾਹਰ ਨਿਕਲੀ ਸੀ ਫਾਈਨਲ ਦੇ, ਜਿਸ ਤਰੀਕੇ ਨਾਲ ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਗੋਲੀ ਲੱਗੀ, ਤੁਸੀਂ ਕੱਲ ਦੇਖਿਆ। ਲੇਕਿਨ ਜਿਹੜੀ ਇਹ ਗੱਲ ਹੁਣ ਐਂਗਲ ਜਿਹੜਾ ਦੂਜਾ ਆਇਆ ਹੈ, ਇਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਕਿ ਕਿਉਂਕਿ ਮੁੰਡਾ ਮੁਸਲਮਾਨ ਸੀ, ਇਹ ਵੀ ਪਤਾ ਲੱਗਾ ਚੰਗੀ ਫੈਮਿਲੀ ਦਾ ਸੀ, ਪੋਲੀਟੀਕਲ ਫੈਮਿਲੀ ਦਾ ਸੀ, ਤਾਂ ਉਹ ਮੁੰਡਾ ਇਹਨੂੰ ਕਹਿ ਰਿਹਾ ਸੀ ਕਿ ਤੂੰ ਮੁਸਲਮਾਨ ਬਣ ਤੇ ਮੇਰੇ ਨਾਲ ਵਿਆਹ ਕਰਾ। ਪਹਿਲਾਂ ਵੀ 3 ਸਾਲ ਤੋਂ ਲੱਗਿਆ ਹੋਇਆ ਹੈ, 3 ਸਾਲ ਪਹਿਲਾਂ ਪੰਚਾਇਤੀ ਸਮਝੌਤਾ ਹੋ ਗਿਆ ਸੀ, ਲੇਕਿਨ ਉਹ ਮੁੰਡਾ ਨਹੀਂ ਸੁਧਰਿਆ। ਸੋ ਉੱਥੇ ਜੇ ਇਹ ਐਂਗਲ ਸਟੋਰੀ ਦਾ ਹੈ ਕਿ ਮੁਸਲਮਾਨ ਤੇ ਇਹਦਾ, ਫਿਰ ਇਹ ਬਹੁਤ ਖਤਰਨਾਕ ਖੇਡ, ਇਹ ਤਾਂ ਬਚਣ ਦੀ ਲੋੜ ਹੈ। ਹਿੰਦੁਸਤਾਨ ਚ, ਪਾਕਿਸਤਾਨ ਚ ਤਾਂ ਇਹ ਹੁੰਦਾ ਹੈ, ਹਿੰਦੁਸਤਾਨ ਚ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਇਹ ਹੈਰਾਨੀ ਵਾਲੀ ਗੱਲ ਹੈ। ਲੇਕਿਨ ਮੈਂ ਸੁਣ ਰਿਹਾ ਸੀ ਕਿਸੇ ਉਹਨਾਂ ਦੇ ਫੈਮਿਲੀ ਮੈਂਬਰ ਦੇ ਵੀ ਕੁੜੀ ਨੂੰ ਉਹ ਜ਼ੋਰ ਪਾ ਕੇ ਕਹਿ ਰਿਹਾ ਸੀ, ਲੇਕਿਨ ਹਰਿਆਣਾ ਦਾ ਹਾਲ ਇਹ ਹੈ, ਇਹ ਕੁੜੀ ਮਰੀ, ਇੱਕ ਸੀਸੀਟੀਵੀ ਦੀ ਹੋਰ ਮੈਂ ਫੁਟੇਜ ਦੇਖੀ, ਉਹਦੇ ਵਿੱਚ ਪਾਣੀਪਤ ਦੀ ਸੀ, ਉਹ ਇੱਕ ਕੁੜੀ ਫੈਕਟਰੀ ਚੋਂ ਨਿਕਲ ਰਹੀ ਹੈ, ਔਰ ਫੈਕਟਰੀ ਦੇ ਵਿੱਚੋਂ ਜਾਂਦੀ ਦੇ ਐਸਿਡ ਦਾ ਅਟੈਕ ਜਿਵੇਂ ਉੱਤੇ ਹੋਇਆ ਹੈ, ਔਰ ਉਹ ਕੁੜੀ ਸਭ ਨੇ ਦੇਖੀ ਹੈ ਕਿਉਂਕਿ ਸੀਸੀਟੀਵੀ ਦੇ ਫੁਟੇਜ ਮਿਲ ਜਾਂਦੀ ਹੈ। ਲੇਕਿਨ ਮੋਟਰਸਾਈਕਲ ਤੇ ਜਾਣ ਵਾਲੇ ਬੰਦੇ ਜਿਹੜੇ ਐਸਿਡ, ਉਹਨਾਂ ਨੂੰ ਮਿਲਿਆ ਕਿੱਥੇ? ਕਿੱਥੇ ਤੁਹਾਡੇ ਜਿਹੜੇ ਕਾਨੂੰਨ ਵੀ ਐਸਿਡ ਇਸ ਤਰ੍ਹਾਂ ਨਹੀਂ ਮਿਲ ਸਕਦਾ। ਬਹੁਤ ਕੁਛ ਐਸਾ ਜਿਹਦੀਆਂ ਜਿਹੜਾ ਆਪਾਂ ਨੂੰ ਗੱਲ ਕਰਨਾ ਬਣਦਾ। ਖਬਰ ਤਾਂ ਇੱਕ ਬੜੀ ਇੰਪੋਰਟੈਂਟ ਸੀ, ਪਰ ਹੁਣ ਟਾਈਮ ਹੋ ਗਿਆ। ਖਬਰ ਤਾਂ ਇਹ ਸੀ ਕਿ ਡੀਐਸਪੀ ਏਐਸਆਈ ਜਿਹੜਾ ਜੇਲ੍ਹ 'ਚ ਹੈ, ਆਪਦਾ ਏਐਸਆਈ ਜਿਹੜਾ ਉਹਨਾਂ ਦੀ ਪੰਜਾਬ ਪੁਲਿਸ ਦਾ, ਉਹਦੀ ਵਾਈਫ ਨੂੰ ਹੋਟਲ 'ਚ ਬੁਲਾ ਕੇ ਲਗਾਤਾਰ ਰੇਪ ਕਰਦਾ ਰਿਹਾ, ਤੇ ਕੁੜੀ ਨੇ ਦੱਸਿਆ, ਹੋਟਲ 'ਚੋਂ ਫਿਰ ਫੜਿਆ ਗਿਆ ਜਦੋਂ ਛਾਪਾ ਮਾਰਿਆ ਪੁਲਿਸ ਨੇ। ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਸੀ, ਪਰ ਹੁਣ ਕਿਉਂਕਿ ਟਾਈਮ ਨਹੀਂ, ਫਿਰ ਇਹ ਖਬਰਾਂ ਤਾਂ ਚੱਲਦੀਆਂ ਰਹਿੰਦੀਆਂ ਸਿਲਸਿਲਾ, ਲੇਕਿਨ ਤੁਸੀਂ ਜ਼ਰੂਰ ਸੋਚਣਾ ਹੈ, ਜਿਵੇਂ ਮੈਂ ਕਿਹਾ ਕਿ ਅੱਜ ਬਠਿੰਡੇ 'ਚ ਆਟੇ ਵਾਲੀ ਗੱਲ ਹੋਈ ਹੈ, ਇਹਦੀ ਜ਼ਿੰਮੇਵਾਰੀ ਕਿਹਦੀ ਹੈ, ਇਹ ਤੁਸੀਂ ਸੋਚਣੀ ਹੈ। ਆਪਾਂ ਵੀ ਕੁਝ ਕਰੀਏ, ਆਪਣੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ। ਸੋ ਕੱਲ ਸਵੇਰੇ 8:40 ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ, ਔਰ ਅੱਜ ਸ਼ਾਮ ਨੂੰ 5:30 ਵਜੇ ਚਰਚਾ ਪ੍ਰੋਗਰਾਮ 'ਚ ਮੁਲਾਕਾਤ ਹੋਏਗੀ। ਬਹੁਤ ਬਹੁਤ ਧੰਨਵਾਦ।